परम सत्कारयोग साध संगत जी, ਆਪਾਂ ਨੂੰ ਇੱਥੇ ਬੈਠਿਆਂ ਨੂੰ 3.5 ਘੰਟੇ ਹੋ ਗਏ ਨੇ। ਹੋ ਸਕਦਾ ਕੁਝ ਬੱਚਿਆਂ ਨੂੰ ਨਾ ਸਮਝ ਆਉਂਦੀ ਹੋਵੇ, ਉਹਨਾਂ ਵਾਸਤੇ ਬਹੁਤ ਲੰਬਾ ਹੋ ਗਿਆ ਹੋਵੇ, ਪਰ ਇਹ 3.5 ਘੰਟੇ ਕਿੰਨੀ ਜਲਦੀ ਲੰਘ ਗਏ ਨੇ, ਅਜੇ ਵੀ ਦਿਲ ਨਹੀਂ ਕਰਦਾ ਕਿ ਇਹ ਖਤਮ ਹੋਵੇ। Some of you might be tired. You may not be understanding what they are singing, but it was beautiful. We enjoyed every moment of this. ਆਪਾਂ ਅੱਜ ਸ਼ੁਰੂ ਕੀਤਾ ਸੀ ਤੁਹਾਡੇ ਨਾਲ ਇੰਟਰੈਕਸ਼ਨ ਤੋਂ ਬਾਅਦ। ਉਸ ਤੋਂ ਬਾਅਦ ਪ੍ਰਧਾਨ ਜੀ ਨੇ, ਆਪਣੇ ਸੰਤ ਸੁਲੱਖਣ ਸਿੰਘ ਜੀ ਨੇ ਨਾਮ ਸਿਮਰਨ ਕਰਨ ਬਾਰੇ ਤੁਹਾਨੂੰ ਦੱਸਿਆ। ਮੈਂ ਆਸ ਕਰਦਾ ਕਿ ਚੰਗਾ ਲੱਗਾ ਹੋਵੇਗਾ। ਇਹ ਨਾਮ ਸਿਮਰਨ ਕਰਨ ਦਾ ਹੁਣ ਆਪਣੇ ਕੋਲ ਬੜਾ ਸੋਹਣਾ ਮੌਕਾ ਵੀ ਆਉਣਾ। ਥੋੜ੍ਹੇ ਦਿਨ ਵਿੱਚ ਤੁਸੀਂ ਪ੍ਰਯੋਗ ਸ਼ੁਰੂ ਕਰਨਾ। ਤੁਸੀਂ ਆਪਣੇ ਆਪ 'ਤੇ ਇਹ ਐਕਸਪੈਰੀਮੈਂਟ ਕਰ ਸਕਦੇ ਹੋ। ਮੈਨੂੰ ਯਾਦ ਆਉਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ, ਜਿਨ੍ਹਾਂ ਦੀ ਦਿੱਤੀ ਇਹ ਸਿੱਖੀ ਹੈ, ਜਿਨ੍ਹਾਂ ਦਾ ਦਿੱਤਾ ਹੈ ਆਨੰਦ ਹੈ। ਜਿੰਨੇ ਕੁ ਵੀ ਮਾੜੇ ਮੋਟੇ ਸਿੱਖ ਹੈਗੇ ਆ, ਉਹਨਾਂ ਦੀ ਕਿਰਪਾ ਨਾਲ ਹੈ। ਜਿੰਨਾ ਕੁ ਕਿਣਕਾ ਕੋਈ ਚੰਗਾਈ ਹੈਗੀ ਹੈ, ਜੇ ਉਹਨਾਂ ਦੀ ਕਿਰਪਾ ਨਾਲ ਹੈ। ਉਹਨਾਂ ਪਾਤਸ਼ਾਹ ਨੂੰ ਇੱਕ ਵਾਰੀ ਯਾਦ ਕਰ ਲਈਏ, ਇੱਕ ਵਾਰੀ ਬੜੇ ਪਿਆਰ ਨਾਲ ਆਖੀਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੈਨੂੰ ਕਹਿੰਦਾ ਕਿ ਮੇਰਾ ਮਨ ਨਹੀਂ ਲੱਗਦਾ। ਉਹਦਾ ਮਤਲਬ ਇਹ ਹੈ ਕਿ ਜੇ ਮਨ ਨਹੀਂ ਲੱਗਦਾ, ਘੱਟੋ ਘੱਟ ਤੂੰ ਉਸ ਰਸਤੇ 'ਤੇ ਤੁਰ 'ਤੇ ਪਿਆ, ਤੈਨੂੰ ਇਹ ਪਤਾ ਤਾਂ ਲੱਗਣ ਲੱਗ ਗਿਆ ਕਿ ਮੇਰਾ ਮਨ ਨਹੀਂ ਲੱਗਦਾ। ਆਪਾਂ ਬਹੁਤ ਵਾਰੀ ਨਾਮ ਸਿਮਰਨ ਚਾਹੁੰਦੇ ਹਾਂ, ਘੜੀ ਦੇਖ ਕੇ ਟਾਈਮ ਪੂਰਾ ਕਰਦੇ ਹਾਂ। ਸ਼ਾਇਦ ਬਹੁਤ ਵਾਰੀ ਆਉਂਦੇ ਵੀ ਇਸ ਕਰਕੇ ਆ ਕਿ ਚਲੋ ਜਾ ਆਈਏ, 20 ਮਿੰਟ ਰਹਿ ਜਾਣ, ਪੂਰਾ ਘੰਟਾ ਨਾ ਬੈਠਣਾ ਪਵੇ, ਕੋਈ ਬਹੁਤ ਜ਼ਰੂਰੀ ਕੰਮ ਵੀ ਨਹੀਂ ਹੁੰਦਾ। ਫਿਰ ਵੀ ਅਸੀਂ ਬਹੁਤ ਥੋੜ੍ਹਾ ਟਾਈਮ ਲੈ ਕੇ ਆਉਂਦੇ ਹਾਂ। ਮੈਂ ਯਾਦ ਆਉਂਦੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦਾ ਸ਼ਾਇਦ ਉਹ ਆਖਰੀ ਉਪਦੇਸ਼ ਹੋਵੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਵਿੱਚ ਉਪਦੇਸ਼ ਨਹੀਂ ਦਿੱਤਾ ਹੋਣਾ। ਨੈਰੋਬੀ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪ ਹੁਕਮ ਕਰਕੇ ਮਾਈਕ ਮੰਗਾ ਕੇ, ਉਦੋਂ ਸਿਹਤ ਵੀ ਬਹੁਤ ਚੰਗੀ ਨਹੀਂ ਸੀ, 2008 ਦੇ ਕਰੀਬ ਦੀ ਬਚਨ ਹੈ ਸੱਚੇ ਪਾਤਸ਼ਾਹ ਦਾ। ਸੱਚੇ ਪਾਤਸ਼ਾਹ ਇਹ ਉਪਦੇਸ਼ ਦੇ ਕੇ ਆਖਿਆ ਕਿ 1 ਘੰਟਾ ਨਾਮ ਸਿਮਰਨ ਪੂਰਾ ਕਰਿਆ ਕਰੋ, ਸ਼ੁਰੂ ਵਾਲੀ ਅਰਦਾਸ ਵਿੱਚ ਆਇਆ ਕਰੋ। ਸੱਚੇ ਪਾਤਸ਼ਾਹ ਜਿੰਨੇ ਦਿਨ ਉੱਥੇ ਰਹੇ, ਆਪ ਵੀ ਸ਼ੁਰੂ ਵਾਲੀ ਅਰਦਾਸ 'ਚ ਆਉਂਦੇ ਰਹੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਜਿਹੜਾ 1 ਘੰਟਾ ਨਾਮ ਸਿਮਰਨ ਕਰੇਗਾ ਉਹਦਾ ਅੱਗੇ ਦਾ ਮੈਂ ਜ਼ਿੰਮੇਵਾਰ ਹਾਂ। ਆਪਾਂ ਨਾਮ ਸਿਮਰਨ ਸ਼ੁਰੂ ਵਿੱਚ ਸੱਚੇ ਪਾਤਸ਼ਾਹ ਦਾ ਇੱਕ ਹੋਰ ਐਗਜ਼ਾਮਪਲ ਦਿੰਦਿਆਂ ਹੋਇਆਂ ਕਿ ਜਦੋਂ ਤੁਸੀਂ ਸ਼ੁਰੂ ਵਿੱਚ ਬੱਚੇ ਨੂੰ ਸਕੂਲ ਭੇਜਦੇ ਹੋ, ਸ਼ੁਰੂ ਦੇ ਕੁਝ ਦਿਨ ਕੋਈ ਬੱਚਾ ਜ਼ਿਆਦਾ ਰੋ ਕੇ ਜਾਂਦਾ, ਕੋਈ ਥੋੜ੍ਹਾ ਰੋ ਕੇ ਜਾਂਦਾ। ਕੋਈ ਵੀ ਬੱਚਾ ਖੁਸ਼ੀ ਨਾਲ ਨਹੀਂ ਜਾਂਦਾ। ਤੁਸੀਂ ਉਹ ਮਜਬੂਰੀ ਸਮਝ ਕੇ ਭੇਜਦੇ ਹੋ ਕਿ ਜੇ ਇਹਨੂੰ ਨਾ ਪੜ੍ਹਾਇਆ ਤਾਂ ਇਹਦਾ ਫਿਊਚਰ ਕੀ ਹੋਏਗਾ। ਕੀ ਆਪਾਂ ਇਹ ਨਹੀਂ ਸਮਝਦੇ ਕਿ ਨਾਮ ਸਿਮਰਨ ਵੀ ਸਾਡਾ ਫਿਊਚਰ ਹੈ? ਨਾਮ ਸਿਮਰਨ ਪੜ੍ਹਾਈ ਤੋਂ ਬਿਨਾਂ ਤਾਂ ਰੋਟੀ ਮਿਲ ਜਾਏਗੀ। ਸ਼ਾਇਦ ਤੁਹਾਡੇ ਕੋਲ ਬਹੁਤ ਐਗਜ਼ਾਮਪਲ ਮਿਲ ਜਾਣਗੇ ਕਿ ਬੜੇ ਸਕਸੈਸਫੁਲ ਐਂਟਰਪ੍ਰੈਨਿਓਰ ਯੂਨੀਵਰਸਿਟੀ ਡਰੋਪ ਆਊਟ ਨੇ, ਸਕੂਲ ਡਰੋਪ ਆਊਟ ਨੇ, ਪਰ ਇਸ ਨਾਮ ਤੋਂ ਬਿਨਾਂ ਆਪਾਂ ਨੂੰ ਅੱਗੇ ਢੋਈ ਨਹੀਂ ਮਿਲਣੀ। ਉਹ ਜਿੱਥੇ ਆਪਾਂ ਜਾਣਾ ਉਸ ਵਾਸਤੇ ਇਹ ਨਾਮ ਜ਼ਰੂਰੀ ਹੈ। ਉਹ ਤਾਂ ਆਪਾਂ ਅੱਗੇ ਦੀ ਗੱਲ ਕਰਦੇ ਹਾਂ, ਅੱਗੇ ਦਾ ਤਾਂ ਆਪਾਂ ਹੁਕਮ ਸਮਝ ਕੇ ਕਰਦੇ ਹਾਂ, ਪਰ ਇੱਥੇ ਹੀ ਉਹ ਨਾਮ ਤੋਂ ਬਿਨਾਂ ਸੁੱਖ ਨਹੀਂ। ਜੇ ਆਪਾਂ ਜਪਣ ਲੱਗ ਜਾਂਦੇ ਹਾਂ, ਜਿੰਨਾ ਜਿੰਨਾ ਆਪਾਂ ਕਰਦੇ ਹਾਂ ਓਨਾ ਆਪਣੇ ਮਨ 'ਤੇ ਫਰਕ ਪੈਣ ਲੱਗ ਜਾਂਦਾ। ਹੁਣੇ ਸ਼ਬਦ ਪੜ੍ਹਿਆ ਸੀ ਨਾ, ਵਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। Maybe some of you could understand that this is the time, this is the right time
the soil is in the right condition to sow the seeds of Naam. And if you will sow it now, then only you will harvest and you will eat it. So this is how this Shabad started. So this is the time Satguru Sache Paatshah, Satguru Jagjit Singh ji hukum karde si, you know, a farmer will sow his crop 6 months, 7 months, 8 months prior to harvest. You know, if we talk about India, they will be sowing the wheat in October, November, and they will be harvesting in April. So similarly, ਜੇ ਆਪਾਂ ਨਾਮ ਹੁਣ ਬੀਜਦੇ ਹਾਂ ਤਾਂ ਹੀ ਆਪਾਂ ਨੂੰ ਅੱਗੇ ਖਾਣ ਨੂੰ ਮਿਲਣਾ ਹੈ, ਅੱਗੇ ਇਸ ਜਨਮ ਵਿੱਚ ਵੀ ਅਗਲੇ ਜਨਮ ਵਿੱਚ ਵੀ। ਉਹ ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਇਹ ਆਪਾਂ ਸਾਰੇ ਇਹ ਸਮਝਦੇ ਹਾਂ ਕਿ ਸਾਡੇ ਕੀਤਿਆਂ ਸਾਨੂੰ ਸੁੱਖ ਮਿਲ ਜਾਣਾ, ਅਸੀਂ ਨਾਮ ਨੂੰ ਛੱਡ ਵੀ ਦਿਆਂਗੇ, ਸਾਡਾ ਕੀਤਾ ਹੁੰਦਾ। ਪਰ ਜੇ ਸਿੱਖੀ 'ਤੇ ਤੁਰਦੇ ਹਾਂ, ਉੱਥੇ ਸਾਡਾ ਕੀਤਾ ਕੁਛ ਨਹੀਂ ਹੁੰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਉਹ ਮੇਰਾ ਕੀਤਾ ਨਹੀਂ ਹੁੰਦਾ ਸੱਚੇ ਪਾਤਸ਼ਾਹ, ਤੂੰ ਕਰਨ ਵਾਲਾ ਹੈ, ਇਹ ਤੇਰਾ ਕੀਤਾ ਹੁੰਦਾ ਹੈ। ਇਹ ਕਿਰਪਾ ਕਰਨ ਆਪਾਂ ਨਾਮ ਜਪ ਵੀ ਸਕੀਏ। ਉਸ ਸ਼ਬਦ ਵਿੱਚ ਅੱਗੇ ਕਹਿੰਦੇ ਨੇ, ਨਾਮ ਬੀਜ ਸੰਤੋਖ ਸੁਹਾਗਾ। ਮੇਰੇ ਪ੍ਰਮਾਣ ਲਾਇਆ ਸੀ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜਿਹੜਾ ਤੂੰ ਸੀਡ ਦੇਣਾ ਉਹ ਤੂੰ ਨਾਮ ਦਾ ਸੀਡ ਦੇ ਦੇ, ਸੰਤੋਖ ਦਾ ਸੁਹਾਗਾ ਦੇ ਦੇ। ਸੁਹਾਗਾ is a plank which is used to cover the seeds. Santokh is, what is Santokh? Santokh is contentment. So, you know, we are seeding the seed of Naam in the soil which is in the right condition. You are using a plank of contentment to cover that seed. And how you are bringing up that plant with the humility. Naam beej santokh suhaga, rakh garibi ves. Garibi here does not mean poverty. Garibi here means humility. Humbleness. Yeah, humbleness. How humble you are. How much you are away from ego. How much you understand that all this is being done by my Sadguru, by my Creator. I am not the one who is doing it. So this is what was the Shabad. So this was the Soba of Naam. You know, Gurbani, ਇੱਕ ਸੱਚੇ ਪਾਤਸ਼ਾਹ ਬੜੇ ਜ਼ੋਰ ਨਾਲ ਹੁਕਮ ਕਰਦੇ ਸੀ ਕਿ ਗੁਰਬਾਣੀ ਨਾਮ ਜਪਣ ਦਾ ਰਸਤਾ ਦੱਸਦੀ ਏ, ਗੁਰਬਾਣੀ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦੀ ਏ, ਗੁਰਬਾਣੀ ਨਾਮ ਨਹੀਂ। ਇਹਨਾਂ ਸੱਚੇ ਪਾਤਸ਼ਾਹ ਇੱਕ ਐਗਜ਼ਾਮਪਲ ਦਿੰਦੇ ਸੀ, ਕਿਤੇ ਡਾਇਰੈਕਸ਼ਨਸ ਬੋਰਡ ਲੱਗੇ ਹੋਏ ਨੇ, ਤੁਹਾਡੇ ਕਿਤੇ ਲੱਗਿਆ ਹੋਇਆ ਕਿ M25 ਹੈ, ਬਰਮਿੰਗਮ ਨੂੰ ਜਾਂਦੀ ਹੈ, ਪਰ ਜੇ ਤੁਸੀਂ ਉਸ ਬੋਰਡ ਨੂੰ, ਉਸ ਸਾਈਨ ਨੂੰ ਜੱਫਾ ਮਾਰ ਕੇ ਬਹਿ ਜਾਓ, you are not going to reach Birmingham. So you will have to tread on that path. Similarly, ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸਾਡੇ ਤੁਰਨ ਵਾਸਤੇ ਰਸਤਾ ਕੀ ਹੈ, ਉਹ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਰਸਤਾ ਕੀ ਹੈ, ਉਹ ਸਤਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਰਸਤਾ ਕੀ ਹੈ। ਸੋ ਗੁਰਬਾਣੀ ਪਹਿਲੇ ਸ਼ੁਰੂ ਵਿੱਚ ਪੜ੍ਹਨੀ ਵੀ ਜ਼ਰੂਰੀ ਹੈ, ਫਿਰ ਪੜ੍ਹ ਕੇ ਇੱਕ ਅਵਸਥਾ ਆਵੇ ਕਿ ਸਾਨੂੰ ਗੁਰਬਾਣੀ ਦੀ ਸਮਝ ਆਵੇ। ਗੁਰਬਾਣੀ ਦੀ ਸਮਝ ਆਉਣ ਦੇ ਨਾਲ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਕਿ ਅਸੀਂ ਕੀ ਕਰਦੇ ਹਾਂ, ਕਿ ਉਹ ਗੁਰਬਾਣੀ ਸਾਡੇ 'ਤੇ ਕਿੰਨੀ ਢੁੱਕਦੀ ਹੈ, ਸਾਡਾ ਉੱਥੇ ਕਿੰਨਾ ਕੁ ਮਨ ਬਣਿਆ। ਇੱਕ ਸਾਧੂ ਆਉਂਦੇ ਹੁੰਦੇ ਨੇ, ਸੰਤ ਬਲਬੀਰ ਸਿੰਘ ਜੀ, ਉਹ ਬੜੇ ਪਿਆਰ ਨਾਲ ਕਹਿੰਦੇ ਹੁੰਦੇ ਨੇ ਕਿ ਮਹਾਰਾਜ ਨੇ ਕੋਈ ਵੀ ਉਹੋ ਜਿਹਾ ਸਵਾਲ ਨਹੀਂ ਜਿਹਦਾ ਗੁਰਬਾਣੀ ਵਿੱਚ ਉੱਤਰ ਨਹੀਂ ਦਿੱਤਾ। ਉਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਕੁਛ ਵੀ ਲੱਭਣਾ ਚਾਹੀਏ, ਗੁਰਬਾਣੀ 'ਚੋਂ ਲੱਭ ਜਾਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਮੈਂ 10 ਕੁ ਸਾਲ ਦਾ ਸੀ ਜਦੋਂ ਦਾ ਪੜ੍ਹਨ ਲੱਗਾ ਅਤੇ ਹੁਣ 70 ਸਾਲ ਦਾ ਹੋ ਗਿਆ। ਗੁਰਬਾਣੀ ਐਸਾ ਸਮੁੰਦਰ ਹੈ, ਹੁਣ ਵੀ ਕੋਈ ਨਵੀਂ ਚੀਜ਼ ਹੀ ਲੱਭਦੀ ਹੈ। ਸੋ ਜਿੰਨਾ ਜਿੰਨਾ ਤੁਸੀਂ ਤੁਰ ਸਕਦੇ ਹੋ, ਜਿੰਨਾ ਜਿੰਨਾ ਕਰ ਸਕਦੇ ਹੋ, ਵੀ ਡੂ ਅੰਡਰਸਟੈਂਡ, ਰਿਸਪੈਕਟ ਦੀ ਲੈਂਗੁਏਜ ਬੈਰੀਅਰਸ। We understand that you do not completely understand Punjabi, but still there are a lot of translations.
ਤੁਸੀਂ ਯੂ ਹੈਵ ਸੈਟ ਅ ਐਗਜ਼ਾਮਪਲ ਆਫ ਯੋਰਸੈਲਫ। ਤੁਸੀਂ ਕਿਸ ਤਰ੍ਹਾਂ ਆਸਾ ਦੀ ਵਾਰ ਯਾਦ ਕੀਤੀ ਹੈ ਔਰ ਆਸਾ ਦੀ ਵਾਰ ਯਾਦ ਕਰਕੇ ਬੱਚਿਆਂ ਨੇ ਸੁਣਾਈ ਹੈ। ਤੁਸੀਂ ਉਹ ਕਰ ਸਕਦੇ ਹੋ। ਉਸ ਤੋਂ ਅਗਲਾ ਸਟੈਪ ਹੈ ਕਿ ਗੁਰਬਾਣੀ ਦੀਆਂ ਟਰਾਂਸਲੇਸ਼ਨਸ ਬਹੁਤ ਨੇ, ਤੁਸੀਂ ਗੁਰਬਾਣੀ ਟਰਾਂਸਲੇਸ਼ਨ ਵੀ ਕਰ ਸਕਦੇ ਹੋ। ਤੁਹਾਡਾ ਮਨ ਉਸ ਪਾਸੇ ਤੁਰਨ ਨੂੰ ਬਣੇ। ਮੈਂ ਸਮਝਦਾ ਕਿ ਮੇਰੇ ਆਉਣ ਦਾ ਵੀ, ਇਹਨਾਂ ਸਾਰਿਆਂ ਦੇ ਰਾਗੀਆਂ ਦੇ ਆਉਣ ਦਾ ਵੀ, ਜਿਨ੍ਹਾਂ ਨੇ ਇੰਨਾ ਸੋਹਣਾ ਕੀਰਤਨ ਕੀਤਾ, ਸੰਤ ਸੁਲੱਖਣ ਸਿੰਘ ਹੋਰਾਂ ਦੇ ਬੋਲਣ ਦਾ ਵੀ, ਇਹ ਸਾਨੂੰ ਸਾਰਿਆਂ ਨੂੰ ਇੱਕ ਰਿਟਰਨ ਮਿਲ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਉਸ ਚੀਜ਼ ਦਾ ਫਾਇਦਾ ਮਿਲ ਜਾਂਦਾ। ਜੇ ਤੁਸੀਂ ਨਾਮ ਜਪਣ ਲੱਗ ਜਾਓ, ਤੁਹਾਡੇ 'ਚੋਂ ਕੁਛ ਵੀ ਲੱਗ ਜਾਣਗੇ, ਅਸੀਂ ਸਮਝਾਂਗੇ ਸਾਡਾ ਆਇਆ ਇੱਥੇ ਸਫਲ ਹੋ ਜਾਂਦਾ ਹੈ। ਕਿਰਪਾ ਸੱਚ ਪਾਤਸ਼ਾਹ ਨੇ ਕਰਨੀ ਹੈ, ਪਰ ਆਪਣਾ ਇਹ ਫਰਜ਼ ਹੈ ਕਿ ਆਪਾਂ ਇਸ ਪਾਸੇ ਨੂੰ ਲੱਗੀਏ। ਮੈਂ ਅੱਜ ਆਪਾਂ ਸ਼ੁਰੂ ਵਿੱਚ ਬੈਠੇ ਹੋਏ ਗੱਲਾਂ ਕਰ ਰਹੇ ਸੀ ਕਿ ਗਲਤੀ ਹਰ ਇੱਕ ਤੋਂ ਹੋ ਜਾਂਦੀ ਹੈ। ਕਈ ਬੱਚਿਆਂ ਤੋਂ, ਵੱਡਿਆਂ ਤੋਂ, ਬੁੱਢਿਆਂ ਤੋਂ, ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ। ਕਈ ਉਸ ਚੀਜ਼ ਨੂੰ ਬਹੁਤ ਜ਼ਿਆਦਾ ਫੀਲ ਕਰਕੇ ਬਹੁਤ ਪਛਤਾਵਾ ਕਰਦੇ ਨੇ, ਕਈ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਨੇ। ਗੁਰਬਾਣੀ ਵਿੱਚ ਕੀ ਕਿਹਾ, ਸੱਚ ਪਾਤਸ਼ਾਹ ਕੀ ਹੁਕਮ ਕਰਦੇ ਨੇ? ਭੁੱਲਣ ਵਿੱਚ ਕੀਆ ਸਭ ਕੋਈ, ਅਭੁੱਲ ਗੁਰੂ ਕਰਤਾਰ। His creation, he is created in such a way that everybody makes mistake. Everybody does sin apart from the Creator himself or the Guru. Or the Guru, apart from him everybody makes sin. So what I want to say, ਮੈਂ ਇੱਥੇ ਬੈਠਿਆਂ ਵੀ ਤੁਹਾਨੂੰ ਕਿਹਾ ਸੀ, ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਹੁਕਮ ਕਰਦੇ ਸੀ, ਤੁਸੀਂ ਡਿੱਗ ਪੈਂਦੇ ਹੋ, ਗਲਤੀ ਹੋ ਜਾਂਦੀ ਹੈ, ਉੱਠੋ, ਉੱਠ ਕੇ ਫਿਰ ਤੁਰ ਪਓ, ਆਪਣੇ ਰਸਤੇ 'ਤੇ ਵਾਪਸ ਆ ਜਾਓ। ਅਤੇ ਜਦੋਂ ਸਾਡਾ ਮਨ ਗਲਤੀਆਂ ਨਾਲ ਭਰ ਜਾਂਦਾ, ਸਾਡਾ ਮਨ ਪਾਪਾਂ ਨਾਲ ਭਰ ਜਾਂਦਾ, ਉਹ ਵੀ ਸੱਚ ਪਾਤਸ਼ਾਹ ਉਹਦੇ ਲਈ ਵੀ ਦਵਾਈ ਦੱਸੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ, ਨਾਵਾ ਕੈ ਰੰਗ। ਜਦੋਂ ਸਾਡੇ ਮਨ ਪਾਪਾਂ ਨਾਲ ਭਰ ਜਾਂਦਾ, ਜਦੋਂ ਅਸੀਂ ਨਾਮ ਜਪਣ ਲੱਗ ਜਾਂਦੇ ਹਾਂ, ਸਾਡੀ ਉਹ ਮੈਲ ਉਹਦੇ ਨਾਲ ਧੁੱਪ ਜਾਂਦੀ ਹੈ, ਅਸੀਂ ਉਸ ਰਸਤੇ 'ਤੇ ਤੁਰੀਏ। ਸੋ ਇੱਕ ਮੈਂ ਇਹ ਚੀਜ਼ ਕਰਨਾ ਚਾਹੁੰਦਾ ਸੀ, ਆਪਾਂ ਸਾਰੇ ਹੀ ਗਲਤੀਆਂ ਕਰਦੇ ਹਾਂ। ਜੇ ਕਿਸੇ ਬੱਚੇ ਤੋਂ ਕੋਈ ਗਲਤੀ ਹੋ ਗਈ ਹੈ, ਉਸ ਚੀਜ਼ ਨੂੰ ਉੱਠ ਕੇ ਵਾਪਸ ਆਪਣੇ ਰਸਤੇ 'ਤੇ ਆ ਜਾਓ। ਉਸ ਚੀਜ਼ ਨੂੰ ਇਹ ਨਾ ਸਮਝ ਕੇ ਬੈਠ ਜਾਓ ਕਿ ਹੁਣ ਮੇਰੇ ਤੋਂ ਗਲਤੀ ਹੋ ਗਈ ਹੈ, ਹੁਣ ਮੈਂ ਡਿੱਗ ਪਿਆ, ਹੁਣ ਵਾਪਸ ਮੇਰਾ ਇੱਥੇ ਆਉਣ ਦਾ ਥਾਂ ਨਹੀਂ। ਫਰੀਦ ਜੀ ਦੀ ਕਿੰਨੀ ਉੱਚੀ ਅਵਸਥਾ ਹੈ, ਜਿਨ੍ਹਾਂ ਦੀ ਗੁਰਬਾਣੀ, ਜਿਨ੍ਹਾਂ ਦੀ ਬਾਣੀ ਨੂੰ ਸੱਚ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ ਹੈ। ਫਰੀਦ ਜੀ ਕਹਿੰਦੇ ਨੇ, ਫਰੀਦਾ ਕਾਲੇ ਲਿਖ ਨਾ ਲੇਖ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। You know, look into yourself, don't see the faults of others. ਸੱਚ ਪਾਤਸ਼ਾਹ ਹੁਕਮ ਕਰਦੇ ਸੀ, ਇਹਨਾਂ ਚੀਜ਼ਾਂ ਦਾ, ਗਲਤੀਆਂ ਦਾ ਤਾਂ ਆਪਣੇ ਕੋਲ ਹੀ ਭੰਡਾਰਾ ਬਹੁਤ ਹੈ, ਦੂਜੇ ਕੋਲੋਂ ਲੈਣਾ ਤਾਂ ਕੋਈ ਗੁਣ ਲਈਏ। ਫਿਰ ਮੰਗਣਾ ਕੀ ਹੈ? ਮੰਗਦੇ ਹਾਂ, ਆਪਣੀ ਲਿਸਟ ਬੜੀ ਲੰਬੀ ਹੋ ਜਾਂਦੀ ਹੈ, ਪਰ ਮੰਗਣਾ ਵੀ ਉੱਥੋਂ ਹੀ ਹੈ, ਕਿਉਂਕਿ ਉਹ ਦਾਤਾ ਵੀ ਉਹ ਇੱਕ ਹੀ ਹੈ। ਪਰ ਸੱਚ ਪਾਤਸ਼ਾਹ ਕੀ ਹੁਕਮ ਕਰਦੇ ਨੇ ਕਿ ਜੇ ਸਾਡਾ ਮਨ ਉਸ ਚੀਜ਼ ਮੰਗਣ ਨੂੰ ਬਣ ਜੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਕਿ ਮੈਨੂੰ ਉਹ ਨਾਮ ਦੇ, ਮੈਨੂੰ ਉਹ ਕੰਟੈਂਟਮੈਂਟ ਦੇ ਜਿਸ ਨਾਲ ਮੇਰੀ ਭੁੱਖ ਖਤਮ ਹੋ ਜਾਵੇ, ਮੈਨੂੰ ਕਿਸੇ ਚੀਜ਼ ਦੀ ਭੁੱਖ ਨਾ ਰਹਿ ਜਾਵੇ, ਤਾਂ ਕਿ ਮੇਰਾ ਮਨ ਪੂਰੇ ਆਨੰਦ ਵਿੱਚ ਹੋ ਜਾਵੇ। ਅੱਜ 2 ਸ਼ਬਦ ਪੜ੍ਹੇ ਸੀ ਇਹਨਾਂ ਨੇ, ਇੱਕ ਜਿਹੜਾ ਦੂਸਰਾ ਸ਼ਬਦ ਪੜ੍ਹਿਆ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮੈਂ ਰਮੰਤਾ। ਮੈਂ ਸਮਝਦਾ ਕਿ ਇਹ ਅਵਸਥਾ ਉਹ ਹੈ ਜਿਹੜੇ ਸ਼ਾਇਦ ਮਿਲੀਅਨਸ ਵਿੱਚ ਹੀ ਕਿਸੇ ਨੂੰ ਪ੍ਰਾਪਤ ਹੁੰਦੀ ਹੈ, ਪਰ ਇਹ ਬਹੁਤ ਅਖੀਰ ਦੀ ਅਵਸਥਾ ਹੈ। ਕਿ ਜਿਨ੍ਹਾਂ ਨੂੰ ਨਹੀਂ ਸਮਝ ਆਈ, I saw one miracle, you are in everyone, your light is in everyone, that is the miracle I have seen.
So this is the ultimate where one can reach, and that is, then he will see the God in everyone, then he will see the light in everyone. ਪਰ ਜੇ ਆਪਾਂ ਉਸ ਤੋਂ ਪਹਿਲੀ ਪੋਜੀਸ਼ਨ ਆਈਏ ਜਿੱਥੇ ਆਪਾਂ ਨੂੰ ਤੁਰਨਾ ਪੈਂਦਾ, ਜਿਹਦੀ ਗੱਲ ਅੱਜ ਗੁਰਲਾਲ ਸਿੰਘ ਕਰਦਾ ਸੀ, ਉਹ ਹੈਗਾ ਸੱਚ ਪਾਤਸ਼ਾਹ ਹੁਕਮ ਕਰਦੇ ਨੇ, ਤਾਕਾ ਦਰਸ ਪਾਈਐ ਵਡਭਾਗੀ, ਜਾਕੀ ਰਾਮ ਨਾਮ ਲਿਵ ਲਾਗੀ। ਜਿਹਦਾ ਮਨ ਵਿੱਚ ਨਾਮ ਵਸ ਗਿਆ, ਜਿਹਦਾ ਮਨ ਸਤਿਗੁਰੂ ਦੇ ਚਰਨਾਂ ਵਿੱਚ ਵਸ ਗਿਆ, ਉਹਦਾ ਦਰਸ਼ਨ ਵੀ ਵੱਡੇ ਭਾਗਾਂ ਵਾਲਾ ਪਾਉਂਦਾ। ਇੱਥੇ ਆਪਾਂ ਨੂੰ ਦਰਸ਼ਨ ਕਰਨ ਵਾਸਤੇ ਜਿਹੜੇ ਆਪਾਂ ਇਸ ਅਵਸਥਾ 'ਤੇ ਤੁਰਦੇ ਹਾਂ, ਆਪਣੀ ਸ਼ੁਰੂਆਤ ਵਾਸਤੇ ਆਪਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ, ਆਪਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ। ਜਿਸ ਤਰ੍ਹਾਂ ਪ੍ਰਧਾਨ ਜੀ ਆਪਣੀ ਗੱਲ ਕਰਦੇ ਸੀ, ਆਪਣੇ ਮਨ ਵਿੱਚ ਉਹ ਸਤਿਗੁਰੂ ਦੀ ਮੂਰਤ ਵਸਾਈਏ, ਕਿਉਂਕਿ ਗੁਰਬਾਣੀ ਨੇ ਉਸ ਮੂਰਤ ਦੇ ਹੀ ਦਰਸ਼ਨ ਕਰਨ ਨੂੰ ਆਖਿਆ ਜਿਹਦੇ ਅੰਦਰ ਅਕਾਲ ਪੁਰਖ ਦਾ ਵਾਸਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਹੁਕਮ ਕਰਦੇ ਨੇ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਹੇ ਅਕਾਲ ਪੁਰਖ, ਹੇ ਪਰਮਾਤਮਾ, ਜਿਹਨੂੰ ਤੂੰ ਨਹੀਂ ਵਿਸਰਦਾ, ਮੈਂ ਉਹਨੂੰ ਨਮਸਕਾਰ ਕਰਦਾ, ਮੈਂ ਉਹਦੀ ਸ਼ਰਨ ਵਿੱਚ ਹਾਂ, ਜਿਹਨੂੰ ਤੂੰ ਨਹੀਂ ਵਿਸਰਦਾ। ਕਿੱਡੀ ਵੱਡੀ ਗੱਲ ਹੈ। ਔਰ ਉਹ ਕਿਹਨੂੰ ਨਹੀਂ ਵਿਸਰਦਾ? ਉਹ ਮਨੁੱਖ ਦੇ ਰੂਪ ਵਿੱਚ ਹੀ ਆਇਆ ਹੋਏਗਾ, ਉਹ ਦੇਹਧਾਰੀ ਸਰੂਪ ਹੀ ਹੋਏਗਾ। ਜਿਹਨੂੰ ਪਰਮਾਤਮਾ ਨਹੀਂ ਵਿਸਰਦਾ, ਉਹਨੂੰ ਸਤਿਗੁਰੂ ਸੰਤ ਸਾਧ ਗੁਰਬਾਣੀ ਵਿੱਚ ਫਿਰ ਪੰਜਵੇਂ ਪਾਤਸ਼ਾਹ ਹੁਕਮ ਕਰਦੇ ਨੇ, ਮੋਕੋ ਕਰ ਸੰਤਨ ਕੀ ਧੂਰਾ, ਨਾਨਕ ਦਾਸ ਇਹ ਸੁਖ ਮੰਗਾ, ਮੋਕੋ ਕਰ ਸੰਤਨ ਕੀ ਧੂਰਾ। ਇਹ ਅਵਸਥਾ ਜਿਨ੍ਹਾਂ ਦੀ ਹੈ, ਜਿਹੜੇ ਸਾਧੂ ਸੰਤ ਇਸ ਅਵਸਥਾ 'ਤੇ ਹੈ, ਉਹਨਾਂ ਦੇ ਦਰਸ਼ਨ ਕਰਕੇ ਹੀ ਅਸੀਂ ਉਸ ਰਸਤੇ ਤੋਂ, ਉਸ ਪਰਮਾਤਮਾ ਦੇ ਉਹ ਅਵਸਥਾ ਅਸੀਂ ਪਾ ਸਕਦੇ ਹਾਂ ਕਿ ਜਿੱਥੇ ਸਾਨੂੰ ਸਾਰਿਆਂ ਵਿੱਚ ਦਰਸ਼ਨ ਹੋਣ ਲੱਗ ਜਾਂਦੇ ਨੇ। ਸੋ ਇਹ ਪ੍ਰਯੋਗ ਸ਼ੁਰੂ ਹੁੰਦਾ ਹੈ, ਵੱਧ ਤੋਂ ਵੱਧ ਸਾਧ ਸੰਗਤ ਪ੍ਰਯੋਗਾਂ ਵਿੱਚ ਆਵੇ। ਕੁਛ ਗੱਲਾਂ ਮੈਂ ਅੱਗੇ ਵੀ ਕੀਤੀਆਂ ਸੀ, ਉਹ ਮੈਂ ਕਰਨੀਆਂ ਚਾਹੁੰਦਾ ਕਿ ਅੱਜ ਜਿਸ ਤਰ੍ਹਾਂ ਪ੍ਰੋਗਰਾਮ ਆਪਾਂ ਅੱਜ ਵੀ ਸ਼ੁਰੂਆਤ ਕੀਤੀ ਹੈ, ਤੁਹਾਡੇ ਪ੍ਰੋਗਰਾਮ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਹੋਣ ਜਿਨ੍ਹਾਂ ਦੀ ਓਰੀਐਂਟੇਸ਼ਨ ਇਹ ਹੋਵੇ ਕਿ ਯੰਗਸਟਰਸ ਜ਼ਿਆਦਾ ਉਹਦੇ ਵਿੱਚ ਇਨਵੋਲਵ ਹੋਣ, ਉਹਨਾਂ ਦੀ ਪਾਰਟਿਸਿਪੇਸ਼ਨ ਜ਼ਿਆਦਾ ਹੋਵੇ। ਅਤੇ ਮੈਂ ਯੰਗਸਟਰਸ ਨੂੰ ਵੀ ਇਹ ਕਹਿਣਾ ਕਿ ਤੁਸੀਂ you feel free to speak to your committee members, feel free to the organizers, and they will respect your wishes. You should be interested to come to Gurdwara, and if you have your views, we had been discussing this, we have discussed it today, we discussed it the other day in the center where we were having the sports. I think in East London also we had a discussion. So ਮੈਂ ਕਮੇਟੀ ਮੈਂਬਰਾਂ ਨੂੰ ਵੀ ਇਹ ਸਾਰਿਆਂ ਕੋਲ ਇਹ ਬੇਨਤੀ ਕਰਦਾ ਕਿ ਇਹ ਕੋਸ਼ਿਸ਼ ਕਰੋ ਕਿ ਆਪਾਂ ਵੱਧ ਤੋਂ ਵੱਧ ਨੌਜਵਾਨਾਂ ਦੀ ਇਨਵੋਲਵਮੈਂਟ ਹੋ ਗਏ, ਤਾਂ ਕਿ ਆਪਣਾ ਪ੍ਰੋਗਰਾਮ ਇਸ ਤਰ੍ਹਾਂ ਇੰਟਰਸਟਡ ਹੋਵੇ ਕਿ ਸਾਰੇ ਖੁਸ਼ੀ ਨਾਲ ਆਉਣ, ਸਾਰੇ ਚਾਅ ਨਾਲ ਆਉਣ। ਇਹ ਤੁਹਾਡੇ ਮਨ ਵਿੱਚ ਵੀ ਇਹ ਹੋਵੇ ਕਿ ਅਸੀਂ ਜਾਂਦੇ ਹਾਂ, ਸਾਨੂੰ ਨਾਮ ਸਿਮਰਨ ਕਰਨ ਦਾ ਟਾਈਮ ਮਿਲਦਾ ਹੈ, ਸਾਨੂੰ ਸੱਚੇ ਪਾਤਸ਼ਾਹ ਦੀ ਸੋਭਾ ਮਿਲਦੀ ਹੈ, ਸਾਡੇ ਧੰਨ ਭਾਗ ਨੇ, ਵੱਡੇ ਭਾਗ ਸਮਝ ਕੇ ਅਸੀਂ ਜਾਈਏ ਉੱਥੇ। ਪ੍ਰਯੋਗ ਦੇ ਦੌਰਾਨ ਜਿਸ ਤਰ੍ਹਾਂ ਆਪਾਂ ਅੱਜ ਕੀਤਾ ਹੈ, ਪ੍ਰਯੋਗ ਦੇ ਦੌਰਾਨ ਮੈਂ ਸੁਲੱਖਣ ਸਿੰਘ ਹੋਣਾ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਤੁਹਾਡੇ ਸੈਂਟਰ ਨੇ, ਹਫ਼ਤੇ ਵਿੱਚ ਇੱਕ ਸੈਂਟਰ ਵਿੱਚ ਇੱਕ ਦਿਨ ਜਾ ਕੇ ਨਾਮ ਸਿਮਰਨ ਕਰਨ ਵਾਸਤੇ ਦੱਸਣ। ਵੱਧ ਤੋਂ ਵੱਧ ਜੇ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ 'ਤੇ ਕਿਰਪਾ ਕੀਤੀ ਹੈ, ਇਹ ਬਖਸ਼ਿਸ਼ ਕਰਨ ਅਤੇ ਦੂਜਿਆਂ ਦੇ ਨਾਲ ਉਹ ਚੀਜ਼ ਸ਼ੇਅਰ ਕਰਨ, ਦੂਜਿਆਂ ਨੂੰ ਇਹ ਵੰਡਣ। ਅਤੇ ਅੱਜ ਤੋਂ ਇਹਨਾਂ ਨੂੰ ਵੀ ਸੂਬਾ ਬਣਾਇਆ ਜਾਂਦਾ, ਅਤੇ ਸੂਬਾ ਸੁਲੱਖਣ ਸਿੰਘ ਜੀ ਦੇ ਨਾਂ ਨਾਲ ਇਹਨਾਂ ਨੂੰ ਵੀ ਅਸੀਂ ਕਰ ਦਿਆਂਗੇ। ਚੀਜ਼ ਆਪਾਂ ਅੱਗੇ ਵੀ ਗੱਲ ਕੀਤੀ ਸੀ, ਵਿਹਾਰੀ ਇੱਥੋਂ ਕਮੇਟੀ ਵਾਲੇ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਆਪਾਂ ਸਾਊਥ ਹਾਲ ਵਾਸਤੇ ਨਵੀਂ ਜਗ੍ਹਾ ਲੈਣੀ ਹੈ, ਉਹਦੇ ਵਾਸਤੇ ਆਪਾਂ ਨੂੰ ਜ਼ਰੂਰਤ ਹੈ ਕਿ ਅਸੀਂ ਡਾਇਰੈਕਟ ਡੈਬਿਟ ਕਰੀਏ। ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਘਾਟਾ ਨਹੀਂ, ਸੰਗਤ ਆਪ ਹੀ ਇੰਨੀ ਕਿਰਪਾ ਕਰਦੀ ਹੈ ਕਿ ਕਦੀ ਇਸ ਬਾਰੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਪਰ ਇਹ ਉਹ ਸਮਝਦੇ ਨੇ ਕਿ ਅਸੀਂ
ਜੇ ਬੈਂਕ ਤੋਂ ਮੌਰਟਗੇਜ ਲੈਣਾ ਹੈ ਤੇ ਸਾਨੂੰ ਆਸਾਨ ਹੋ ਜਾਏਗਾ ਕਿ ਜਿਹੜੇ ਵੀ ਕਰ ਸਕਦੇ ਨੇ ਉਹ ਡਾਇਰੈਕਟ ਡੈਬਿਟ ਕਰ ਲੈਣ। ਜਿਹੜੇ ਤੁਹਾਡੇ ਚੋਂ ਦਸਵੰਧ ਦਿੰਦੇ ਨੇ, ਜਿਨ੍ਹਾਂ ਕੋਲ ਪੋਸੀਬਿਲਿਟੀ ਹੈਗੀ ਹੈ, ਉਹ ਰਤਨ ਸਿੰਘ ਨੂੰ ਪੁੱਛ ਲੈਣ। ਉਹਨਾਂ ਨੇ ਸੈਟਅਪ ਕੀਤੀ ਹੈ, ਬੇਸ਼ੱਕ ਜੇ ਉਹਨਾਂ ਹੁਣ ਵੀ ਦੱਸਣਾ ਹੈ ਹੁਣ ਵੀ ਦੱਸ ਦੇਣ। ਉਹ ਇਹ ਕੋਸ਼ਿਸ਼ ਕਰਨ ਕਿ ਡਾਇਰੈਕਟ ਡੈਬਿਟ ਹੋ ਜਾਵੇ, ਤਾਂ ਕਿ ਜਦੋਂ ਹੋਰ ਕੋਈ ਵੀ ਜਗ੍ਹਾ ਦਾ ਇੱਥੇ ਹੁੰਦਾ ਹੈ ਤੇ ਸਾਨੂੰ ਉਸ ਵਾਸਤੇ ਕੋਈ ਮੁਸ਼ਕਲ ਨਾ ਪਵੇ। ਇੱਕ ਛੋਟੀ ਜਿਹੀ ਚੇਂਜ ਕਮੇਟੀ ਵਿੱਚ ਕੀਤੀ ਹੈ, ਉਹ ਮੈਂ ਵੀ ਅਨਾਉਂਸ ਕਰ ਦੇਣਾ। ਲੈਸਟਰ ਦੀ ਕਮੇਟੀ ਵਿੱਚ ਗੁਰਦਿਆਲ ਸਿੰਘ ਸੇਵਾ ਕਰਦਾ ਸੀ, ਉਹਦੀ ਜਗ੍ਹਾ ਕੀ ਨਾਮ ਗੁਰਵਿੰਦਰ ਸਿੰਘ ਹੌਸਪੀਟਲ ਗੁਣਵਿੰਦਰ ਸਿੰਘ ਹੰਸਪਾਲ ਪ੍ਰਧਾਨ ਦੇ ਤੌਰ ਤੇ ਸੇਵਾ ਕਰੇਗਾ। ਗੁਰਦਿਆਲ ਸਿੰਘ ਵੀ ਉਹਨਾਂ ਦੇ ਨਾਲ ਹੀ ਰਹੇਗਾ। ਇਹ ਤਾਂ ਕੋਈ ਇੱਥੇ ਪ੍ਰਧਾਨ ਸਕੱਤਰ ਕੋਈ ਨਹੀਂ, ਇਹ ਤਾਂ ਸੇਵਾ ਹੈ ਸਾਧ ਸੰਗਤ ਦੀ, ਆਪਾਂ ਸਾਰਿਆਂ ਹੀ ਰਲ ਮਿਲ ਕੇ ਕਰਨੀ ਹੈ। ਸਿਰਫ ਇਹ ਹੁੰਦਾ ਹੈ ਕਿ ਥੋੜ੍ਹਾ ਬਹੁਤਾ ਪ੍ਰਬੰਧ ਵਾਸਤੇ ਕਿਸੇ ਨੂੰ ਅੱਗੇ ਕਰ ਲਈਦਾ, ਕਿਸੇ ਨੂੰ ਨਾਲ ਲਾ ਲਈਦਾ ਕਿ ਉਹ ਦੂਜਿਆਂ ਨੂੰ ਨਾਲ ਲੈ ਕੇ ਚੱਲੇ, ਪਰ ਇਹ ਸਾਰੇ ਹੀ ਸੇਵਾਦਾਰ ਨੇ, ਨਾ ਕੋਈ ਪ੍ਰਧਾਨ ਹੈ ਨਾ ਕੋਈ ਸਕੱਤਰ ਹੈ ਇੱਥੇ। ਇਸ ਕਰਕੇ ਉਹਨੂੰ ਵੱਧ ਤੋਂ ਵੱਧ ਲੱਗ ਕੇ ਸੇਵਾ ਕਰੇ। ਗੁਰਦਿਆਲ ਸਿੰਘ ਵੀ ਉਹਦੇ ਨਾਲ ਉਸ ਤਰ੍ਹਾਂ ਹੀ ਸੇਵਾ ਕਰਦਾ ਰਹੇ ਜਿੱਥੇ ਜਿੱਥੇ ਉਹਨਾਂ ਦੀ ਲੋੜ ਹੈ। ਤੁਹਾਡੇ ਸਾਰੀ ਸੰਗਤ ਨੇ ਪਿਛਲੇ 8-9-10 ਦਿਨ ਤੋਂ ਇੱਥੇ ਤੁਹਾਡੇ ਦਰਸ਼ਨ ਕੀਤੇ ਨੇ। ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸਮਾਂ ਦਿੱਤਾ ਹੈ, ਆਪਣੇ ਕੰਮ ਛੱਡ ਕੇ, ਛੁੱਟੀਆਂ ਲੈ ਕੇ। ਬੱਚਿਆਂ ਨੇ ਸ਼ਾਇਦ ਉਹਨਾਂ ਦੀ ਨੀਂਦ ਵੀ ਨਾ ਪੂਰੀ ਹੋਈ ਹੋਵੇ, ਉਹ ਵੀ ਸਵੇਰੇ ਆਉਂਦੇ ਰਹੇ ਨੇ, ਬੜਾ ਚੰਗਾ ਲੱਗਾ। ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਫੁਲਵਾੜੀ ਹੈ। ਇਹ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਫੁੱਲ ਨੇ। ਇਹ ਸਾਰਿਆਂ ਫੁੱਲਾਂ ਦੇ ਵਿੱਚ ਸਾਨੂੰ ਉਹਨਾਂ ਦੇ ਦਰਸ਼ਨ ਹੋਣ, ਫਿਰ ਹੋਰ ਆਨੰਦ ਆਵੇ, ਇਹ ਬਖਸ਼ਿਸ਼ ਹੋਵੇ। ਇਹ ਉਹਨਾਂ ਦੀ ਫੁਲਵਾੜੀ ਇਸ ਤਰ੍ਹਾਂ ਹੀ ਫੁੱਲੇ, ਇਹ ਰੋਜ਼ ਵਧੇ ਫੁੱਲੇ। ਅਸੀਂ ਰੋਜ਼ ਉਹਨਾਂ ਦਾ ਵੱਧ ਤੋਂ ਵੱਧ ਜਸ ਕਰੀਏ, ਉਹਨਾਂ ਦੀਆਂ ਖੁਸ਼ੀਆਂ ਲਈਏ, ਸਾਡੇ ਤੋਂ ਵੱਧ ਤੋਂ ਵੱਧ ਅਸੀਂ ਨਾਮ ਜਪ ਸਕੀਏ, ਸੱਚੇ ਪਾਤਸ਼ਾਹ ਦਾ ਹੁਕਮ ਮੰਨ ਸਕੀਏ। ਉਹ ਹੁਕਮ ਮੰਨਣ ਨਾਲ ਸਾਡੇ ਆਪਣੇ ਅੰਦਰ ਵੀ ਆਨੰਦ ਆਵੇ, ਉਹ ਆਨੰਦ ਦੂਜਿਆਂ ਕੋਲ ਵੀ ਪਹੁੰਚੇ, ਤਾਂ ਕਿ ਸਾਰੇ ਸੁਖੀ ਹੋਣ, ਸਾਰੇ ਖੁਸ਼ੀ ਹੋਣ। ਕੋਈ ਆਪਾਂ ਮੰਗਦੇ ਹਾਂ ਕੋਈ ਦੁਖੀਆ ਰਹੇ ਹੀ ਨਾ। ਉਹ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਕੋਈ ਦੁਖੀਆ ਰਹੇ ਹੀ ਨਾ। ਕਿ ਮੈਂ ਅਰਜ਼ ਕਰਦਾ, ਮੇਰੇ ਵਾਸਤੇ ਵੀ ਜੇ ਹੋ ਸਕੇ ਤੁਹਾਡੇ ਟਾਈਮ ਵਿੱਚ ਯਾਦ ਰਵੇ, ਇਹ ਅਰਦਾਸ ਕਰੋ ਕਿ ਮੈਂ ਗੱਲਾਂ ਕਰਨ ਵਾਲਾ ਨਾ ਰਵਾਂ, ਮੈਨੂੰ ਵੀ ਉਹ ਦਾਤ ਮਿਲੇ, ਉਹ ਦਾਨ ਮਿਲੇ ਕਿ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਸਕੀਏ, ਨਾਮ ਜਪ ਸਕੀਏ, ਉਸ ਤਰ੍ਹਾਂ ਦੇ ਬਣ ਸਕੀਏ ਜਿਸ ਤਰ੍ਹਾਂ ਉਹਨਾਂ ਦੀ ਖੁਸ਼ੀ ਮਿਲੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਨੌਜਵਾਨ ਜਿਹੜੇ ਮੇਰੇ ਨਾਲ ਰਹੇ ਨੇ ਸਿਕਿਉਰਿਟੀ ਵਾਸਤੇ, ਬੀਬੀਆਂ ਜਿਨ੍ਹਾਂ ਨੇ ਸਾਰਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਹੈ, ਸੰਗਤ ਜਿਨ੍ਹਾਂ ਨੇ ਅਗਰਾਈ ਦਿੱਤੀ ਹੈ, ਜਿਹੜੇ ਇੱਥੇ ਆ ਕੇ ਦਰਸ਼ਨ ਕਰਦੇ ਰਹੇ ਨੇ, ਉਹ ਤੁਹਾਡੇ ਸਾਰਿਆਂ ਵਾਸਤੇ ਧੰਨਵਾਦ ਸ਼ਬਦ ਬਹੁਤ ਛੋਟਾ ਹੈ। ਇਹ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਉਹਨਾਂ ਦੇ ਰਸਤੇ 'ਤੇ ਚੱਲਣ ਦਾ ਬਲ ਬਖਸ਼ਣ। ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਣਾ। ਸਤਿ ਸ੍ਰੀ ਅਕਾਲ।